जी हेलो स्टूडेंट्स, आप आ गए जी। कुछ कुदरती घटनावां लैसन है, बहुत ज़्यादा सौखा लैसन है जी ਤੁਹਾਡੇ ਕੋਲ। ਸੋ ਦੇਖੀਏ ਜੀ ਕੀ ਕਹਿੰਦਾ ਹੈਗਾ। ਇਹ ਪਹਿਲਾ ਹੀ ਹੈ ਜਿਹੜਾ ਨਾ ਤੁਹਾਡੇ ਕੋਲ, ਇਹ ਪਹਿਲਾ ਹੀ ਜਿਹੜਾ ਹੈ ਇਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ। ਸੋ ਕੀ ਹੈਗਾ ਤੁਹਾਡੇ ਕੋਲ, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ, ਕਿਸ ਨੂੰ ਰਗੜ ਕੇ ਅਸੀਂ ਆਸਾਨੀ ਨਾਲ ਚਾਰਜਿਤ ਕਰ ਨਹੀਂ ਕਰ। ਸੋ ਪਲਾਸਟਿਕ ਨਾਲ ਹੋ ਜਾਂਦਾ ਜੇ, ਫੁੱਲਿਆ ਗੁਬਾਰਾ ਵੀ ਹੋ ਜਾਂਦਾ ਹੁੰਦੇ, ਤਾਂਬੇ ਦੀ ਛੜ ਨੂੰ ਨਹੀਂ ਕਰ ਸਕਦਾ। ਜਦੋਂ ਕੱਚ ਦੀ ਛੜ ਨੂੰ ਰੇਸ਼ਮ ਦੇ ਕੱਪੜੇ ਨਾਲ ਰਗੜਦੇ ਹਾਂ, ਕੱਚ ਦੀ ਛੜ ਹੈ, ਰੇਸ਼ਮ ਦਾ ਕੱਪੜਾ ਹੈ, ਤਾਂ ਧਨ ਚਾਰਜਿਤ ਹੋ ਜਾਂਦੀ ਹੈ ਤੇ ਕੱਪੜਾ ਰਿਣ ਚਾਰਜਿਤ ਹੋ ਜਾਂਦਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ। ਸੋ ਇਹ ਵੀ ਕੋਈ ਐਡਾ ਜਿਹੜਾ ਹੈਗਾ ਕੋਈ ਲੰਬੀ ਚੌੜੀ ਗੱਲਬਾਤ ਹੈ ਨਹੀਂ ਕੀ ਤੁਹਾਡੇ ਕੋਲ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਆਪਾਂ ਅੱਗੇ ਆਏ ਤੁਹਾਡੇ ਕੋਲ, ਅੱਗੇ ਚੱਲੀਏ ਜੀ, ਤੁਹਾਡੇ ਕੋਲ ਅੱਗੇ ਹੈਗੇ ਤੁਹਾਡੇ ਕੋਲ ਟਰੂ ਫਾਲਸ। ਠੀਕ ਹੈ, ਟਰੂ ਫਾਲਸ ਜਿਹੜੇ ਹੈਗੇ ਨੇ, ਕਹਿੰਦਾ ਸਮਜਾਤੀ ਚਾਰਜ, ਠੀਕ ਹੈ ਜੀ, ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਨੇ। ਸਮਜਾਤੀ ਹੁੰਦਾ ਇੱਕੋ ਜਿਹੇ, ਲਾਈਕ ਚਾਰਜਿਸ ਹੈ ਨਾ, ਲਾਈਕ ਚਾਰਜਿਸ ਇੱਕ ਦੂਜੇ ਨੂੰ ਆਕਰਸ਼ਿਤ ਨਹੀਂ ਕਰਦੇ, ਅਪਕਰਸ਼ਿਤ ਕਰਦੇ ਹੁੰਦੇ ਆ। ਸੋ ਇਹ ਫਾਲਸ ਹੈ ਜੀ, ਇਹ ਅਪਕਰਸ਼ਿਤ ਕਰਦੇ ਹੁੰਦੇ, ਅਪਕਰਸ਼ਿਤ ਮੈਨੇ ਪਾਰਾਂ ਤੇ ਖੇਲਣਾ। ਸੋ ਫਾਲਸ। ਠੀਕ ਹੈ ਜੀ। ਅੱਗੇ ਜਿਹੜਾ ਹੈਗਾ ਤੁਹਾਡੇ ਕੋਲ, ਚਾਰਜਿਤ ਕੱਚ ਦੀ ਛੜ ਚਾਰਜਿਤ ਪਲਾਸਟਿਕ ਦੀ ਛੜ ਨੂੰ ਆਕਰਸ਼ਿਤ ਕਰਦੀ ਹੈਗੀ ਹੈ। ਠੀਕ ਹੈ ਜੀ। ਸੋ ਇਹ ਟਰੂ ਹੈਗਾ ਜੀ। ਆਕਾਸ਼ੀ ਬਿਜਲੀ ਚਾਲ ਕੇ ਇਮਾਰਤ ਦੀ ਆਕਾਸ਼ੀ ਬਿਜਲੀ ਤੋਂ ਸੁਰੱਖਿਆ ਨਹੀਂ ਕਰਦਾ, ਫਿਰ ਲਾਇਆ ਕਾਤੇ ਹੋਇਆ। ਸੋ ਕਰਦਾ ਜੀ ਸੁਰੱਖਿਆ ਤੁਹਾਡੇ ਪਾਸ। ਸੋ ਇਹ ਫਾਲਸ ਹੋ ਗਿਆ ਜੀ। ਭੂਚਾਲ ਦੀ ਭਵਿੱਖਬਾਣੀ ਕੀਤੀ ਜਾ ਸਕਦੀ, ਮਤਲਬ ਇਹ ਨਹੀਂ ਭਵਿੱਖਬਾਣੀ ਭੂਚਾਲ ਦੀ ਨਹੀਂ ਹੁੰਦੀ ਤੁਹਾਡੇ ਕੋਲ। ਸੋ ਇਹ ਫਾਲਸ ਹੈ। ਆਹ ਦੋਨੋਂ ਚੀਜ਼ਾਂ ਜਿਹੜੀਆਂ ਹੈ ਇਹ ਇੰਪੋਰਟੈਂਟ ਹੈ ਜੀ, ਇਸ ਚੀਜ਼ ਦਾ ਖਿਆਲ ਰੱਖਣਾ ਤੁਹਾਡੇ ਕੋਲ। ਠੀਕ ਹੈ। ਸੋ ਜਿਹੜਾ ਹੈਗਾ ਤੁਹਾਡੇ ਕੋਲ, ਉਸ ਤੋਂ ਬਾਅਦ ਕਹਿੰਦਾ ਸਰਦੀਆਂ ਵਿੱਚ ਸਵੈਟਰ ਉਤਾਰਦੇ ਸਮੇਂ ਕੜ-ਕੜ ਦੀ ਆਵਾਜ਼ ਆਉਂਦੀ ਹੈ। ਠੀਕ ਹੈ, ਜਦੋਂ ਸਵੈਟਰ ਉਤਾਰਦੇ ਹਾਂ ਤਾਂ ਸਵੈਟਰ ਸਾਡੇ ਸਰੀਰ ਨਾਲ ਰਗੜ ਕਾਰਨ ਚਾਰਜਿਤ ਹੋ ਜਾਂਦਾ ਹੈ, ਅਤੇ ਜਦੋਂ ਚਾਰਜਿਤ ਹੋ ਜਾਂਦਾ ਤੇ ਫਿਰ ਸਾਨੂੰ ਕੜ-ਕੜ ਦੀ ਆਵਾਜ਼ ਸੁਣਾਈ ਦਿੰਦੀ ਹੈਗੀ ਹੈ। ਠੀਕ ਹੈ ਜੀ। ਸੋ ਈਜ਼ੀ ਹੈ ਜੀ, ਕੋਈ ਚੱਕਰ ਨਹੀਂ। ਜਦ ਅਸੀਂ ਚਾਰਜਿਤ ਵਸਤੂ ਨੂੰ ਹੱਥ ਨਾਲ ਛੂੰਹਦੇ ਹਾਂ ਤਾਂ ਉਹ ਆਪਣਾ ਚਾਰਜ ਗਵਾ ਬੈਂਦੀ ਹੈਗੀ ਹੈ ਤੁਹਾਡੇ ਕੋਲ। ਠੀਕ ਹੈ ਜੀ। ਕਿਉਂਕਿ ਜਿਹੜਾ ਹੈਗਾ ਤੁਹਾਡੇ ਪਾਸ, ਸਾਡਾ ਸਰੀਰ ਧਰਤੀ ਨਾਲ ਜੁੜਿਆ ਹੋਇਆ, ਕਿਉਂਕਿ ਜ਼ਮੀਨ ਤੇ ਹੀ ਖੜੇ ਹਾਂ। ਸਾਡਾ ਸਰੀਰ ਬਿਜਲੀ ਦਾ ਸੁਚਾਲਕ ਹੈ। ਜਦੋਂ ਅਸੀਂ ਚਾਰਜਿਤ ਵਸਤੂ ਨੂੰ ਹੱਥ ਲਾਉਂਦੇ ਹਾਂ ਤਾਂ ਚਾਰਜ ਸਾਡੇ ਸਰੀਰ ਚੋਂ ਧਰਤੀ ਤੱਕ ਪਹੁੰਚ ਜਾਂਦਾ ਹੈ ਤੇ ਆਪਣਾ ਚਾਰਜ ਗਵਾ ਲੈਂਦੀ ਹੈ, ਤੇ ਚਾਰਜ ਜਿਹੜਾ ਹੈਗਾ ਧਰਤੀ ਤੱਕ ਪਹੁੰਚ ਜਾਂਦਾ ਹੈਗਾ। ਠੀਕ ਹੈ ਜੀ। ਸੋ ਈਜ਼ੀ ਹੈ ਜੀ, ਬਿਲਕੁਲ ਇਹ 'ਚ ਕੁਛ ਵੀ ਨਹੀਂ ਹੈਗਾ। ਕਹਿੰਦਾ ਉਸ ਪੈਮਾਨੇ ਦਾ ਨਾਂ ਲਿਖੋ ਜਿੱਥੇ ਭੂਚਾਲ ਦੀ ਵਿਨਾਸ਼ੀ ਊਰਜਾ ਮਾਪੀ ਜਾਂਦੀ ਹੈ। ਠੀਕ ਹੈ ਜੀ। ਉਹ ਤਾਂ ਰਿਕਟਰ ਸਕੇਲ ਹੁੰਦੀ ਹੈ ਜੀ। ਇਸ ਪੈਮਾਨੇ ਤੇ ਕਿਸੇ ਭੂਚਾਲ ਦਾ ਮਾਪ 3 ਹੈ ਤਾਂ ਤੁਸੀਂ ਰਿਕਾਰਡ ਹੋ ਸਕੇਗਾ ਕਿ ਇੰਨਾ ਜ਼ਿਆਦਾ ਹਾਨੀ ਨਹੀਂ, 7 ਤੋਂ ਉੱਤੇਲੀ ਹਾਨੀ ਹੁੰਦੀ ਹੈ। 1 ਤੋਂ 10 ਤੱਕ ਮਾਪ ਹੁੰਦਾ, 7 ਤੋਂ ਵੱਧ ਦਾ ਹਾਨੀ ਕਰਦਾ। ਠੀਕ ਹੈ। ਰਿਕਟਰ ਮਾਪ ਨਾਲ ਅਸੀਂ ਮਾਪਦੇ ਹਾਂ, ਸੀਸਮੋਗ੍ਰਾਫ ਨਾਲ ਰਿਕਾਰਡ ਕਰਦੇ ਹਾਂ। ਠੀਕ ਹੈ। ਸੋ ਇਹ ਸਾਰਾ ਕੁਛ ਹੋ ਗਿਆ ਤੁਹਾਡੇ ਕੋਲ, ਕੋਈ ਏਡੀ ਲੰਬੀ ਚੋ। ਸੋ ਕਹਿੰਦਾ ਆਕਾਸ਼ੀ ਬਿਜਲੀ ਤੋਂ ਸੁਰੱਖਿਆ ਦੇ 3 ਉਪਾਅ ਦੱਸੋ। ਆਕਾਸ਼ੀ ਬਿਜਲੀ ਤੋਂ ਸੁਰੱਖਿਆ ਦੇ 3 ਉਪਾਅ। ਠੀਕ ਹੈ ਜੀ। ਸੋ ਪਹਿਲੀ ਚੀਜ਼ ਤਾਂ ਫੋਨ ਨਾ ਵਰਤੋ, ਟੀਵੀ ਨਾ ਵਰਤੋ। ਠੀਕ ਹੈ ਜੀ, ਇਹ ਚੀਜ਼ ਬਹੁਤ ਜ਼ਰੂਰੀ ਹੈ। ਆਕਾਸ਼ੀ ਬਿਜਲੀ ਗਰਜ ਦੌਰਾਨ ਘਰ ਦੇ ਅੰਦਰ ਜਾਂ ਕਿਸੇ ਛੱਤ ਹੇਠਾਂ ਰਹਿਣਾ ਚਾਹੀਦਾ ਹੈ। ਠੀਕ ਹੈ। ਠੀਕ ਹੈ। ਨਹਾਉਣਾ ਨਹੀਂ, ਕਹਿੰਦਾ ਗਰਜ ਦੌਰਾਨ ਨਹਾਉਣਾ ਨਹੀਂ ਚਾਹੀਦਾ ਤੁਹਾਡੇ ਕੋਲ। ਠੀਕ ਹੈ ਜੀ। ਸੋ ਜਿਹੜਾ ਹੈਗਾ ਇਹ ਤੁਹਾਡੇ ਕੋਲ, ਇਹ ਮੇਨ ਚੀਜ਼ ਜਿਹੜੇ ਹੈਗੇ ਨੇ, ਪਹਿਲੇ 2 ਪੁਆਇੰਟ ਨੇ ਤੁਹਾਡੇ ਕੋਲ। ਠੀਕ ਹੈ ਜੀ। ਤਾਂ ਇੱਥੇ ਤੋਂ ਕਹਿੰਦਾ ਵੀ ਜਿਹੜਾ ਪਾਣੀ ਹੈਗਾ ਉਹ ਨਹਾਉਣਾ ਨਹੀਂ ਚਾਹੀਦਾ, ਮਤਲਬ ਵੀ ਪਾਣੀ ਤੁਹਾਡੀ ਟੰਕੀ 'ਚ ਹੁੰਦਾ ਹੈਗਾ, ਵੀ ਕੁਛ ਉੱਦਾਂ ਦਾ ਕੁਛ ਨਾ ਹੋ ਜਾਵੇ ਤੁਹਾਡੇ ਕੋਲ। ਠੀਕ ਹੈ ਜੀ। ਸੋ ਇਹ ਚੀਜ਼ ਹੋ ਗਈ ਜੀ ਤੁਹਾਡੇ ਕੋਲ। ਉਸ ਤੋਂ ਬਾਅਦ ਹੈਗਾ ਇਹ ਤੁਹਾਡੇ ਕੋਲ, ਠੀਕ ਹੈ, ਮਤਲਬ ਇਹ ਕੋਈ ਮੇਨ ਪੁਆਇੰਟ ਨਹੀਂ ਹੈਗਾ, ਤੁਸੀਂ ਜਿਹੜਾ ਹੈਗਾ ਤੁਸੀਂ ਛੱਡ ਵੀ ਸਕਦੇ ਹੋ। ਆਹ ਦੋਨੋਂ ਮੇਨ ਪੁਆਇੰਟ ਹੈਗੇ ਆ ਸਾਡੇ ਕੋਲ। ਮੇਨਲੀ ਸਾਰਿਆਂ ਤੋਂ ਮੇਨ ਪੁਆਇੰਟ ਪਹਿਲਾਂ ਹੀ ਹੈ, ਇਹਦਾ ਖਿਆਲ ਰੱਖਣਾ। ਠੀਕ ਹੈ। ਕਹਿੰਦਾ ਚਾਰਜਿਤ ਗੁਬਾਰਾ ਕਿਸੇ ਚਾਰਜਿਤ ਗੁਬਾਰੇ ਨੂੰ ਪ੍ਰਤੀਕਰਸ਼ਿਤ ਪਰੇ ਧਕੇਲਦਾ ਹੈ, ਜਦਕਿ ਅਣਚਾਰਜਿਤ ਗੁਬਾਰਾ ਚਾਰਜਿਤ ਗੁਬਾਰੇ ਨੂੰ ਖਿੱਚਦਾ ਹੈ। ਵਿਆਖਿਆ ਕਰੋ। ਠੀਕ ਹੈ। ਉਹਦਾ ਬਿਲਕੁਲ ਸਿੱਧਾ ਜੀ, ਲਾਈਕ ਚਾਰਜਿਸ ਪਰਾਂ ਹੀ ਧਕੇਲਦੇ ਹੁੰਦੇ। ਅਸੀਂ ਜਾਣਦੇ ਹਾਂ ਸਮਜਾਤੀ ਚਾਰਜ ਇੱਕ ਦੂਜੇ ਨੂੰ ਖਿੱਚਦੇ ਹਨ ਅਤੇ ਭਿੰਨ ਜਾਤੀ ਚਾਰਜ ਇੱਕ ਦੂਜੇ ਨੂੰ ਧੱਕਦੇ ਹਨ। ਇਹ ਉਲਟਾ ਲਿਖ ਦਿੱਤਾ ਜੀ ਇਹਨਾਂ ਨੇ ਤੁਹਾਡੇ ਕੋਲ। ਠੀਕ ਹੈ। ਸੋ ਇਹ ਜਿਹੜਾ ਹੈਗਾ, ਅਗਰ ਸਮਜਾਤੀ ਹੋਏਗਾ ਤਾਂ ਲਾਈਕ ਹੋਏਗਾ। ਠੀਕ ਹੈ। ਸੋ ਲਾਈਕ ਚਾਰਜ ਇੱਕ ਦੂਜੇ ਨੂੰ ਖਿੱਚਦੇ ਨਹੀਂ, ਪਰਾਂ ਕਰਦੇ ਆ, ਧਕੇਲਦੇ ਨੇ। ਤੇ ਭਿੰਨ ਜਾਤੀ ਚਾਰਜ, ਭਿੰਨ ਹੁੰਦਾ ਡਿਫਰੈਂਟ, ਉਹ ਇੱਕ ਦੂਜੇ ਨੂੰ ਧੱਕਦੇ ਹਨ। ਠੀਕ ਹੈ।
ठीक है। तो इस करके ਚਾਰਜਿਤ ਗੁਬਾਰਾ ਚਾਰਜਿਤ ਨੂੰ ਪਰੇ ਧੱਕਦਾ। ਉਰੋਂ ਥੋੜਾ ਸੈੱਟ ਕਰ ਲਿਓ। ਸਮਝਾਤੀ ਚਾਰਜ ਇੱਕ ਦੂਜੇ ਨੂੰ ਪਰਾਂ ਧਕੇਲਦੇ ਨੇ ਅਤੇ ਭਿੰਨ ਜਾਤੀ ਚਾਰਜ ਇੱਕ ਦੂਜੇ ਨੂੰ ਖਿੱਚਦੇ ਹਨ। ਬਸ ਆਹ ਚੀਜ਼ ਖਿਆਲ ਰੱਖਣਾ। ਹੁਣ ਸਿੰਪਲ ਜੀ ਗੱਲ ਹੈ, ਉਹਨੇ ਕਿਹਾ ਇੱਕ ਚਾਰਜਿਤ, ਠੀਕ ਹੈ, ਇੱਕ ਚਾਰਜਿਤ ਗੁਬਾਰਾ ਚਾਰਜਿਤ ਗੁਬਾਰੇ, ਚਾਰਜਿਤ ਚਾਰਜਿਤ ਸੇਮ ਹੈ ਨਾ, ਤਾਂ ਪਿੱਛੇ ਧਕੇਲਦਾ ਤੇ ਜਿਹੜਾ ਹੈਗਾ ਹੈ, ਕਿਉਂਕਿ ਦੋਵੇਂ ਇੱਕ ਤਰ੍ਹਾਂ ਦਾ ਚਾਰ, ਪਰ ਅਣਚਾਰਜਿਤ ਗੁਬਾਰਾ ਕਿਸੇ ਚਾਰਜਿਤ ਗੁਬਾਰੇ ਨੂੰ ਖਿੱਚਦਾ ਹੈ ਕਿਉਂਕਿ ਭਿੰਨ ਜਾਤੀ ਚਾਰਜ। ਠੀਕ ਹੈ। ਸੋ ਪ੍ਰਿੰਟਿੰਗ ਮਿਸਟੇਕ ਹੈ ਜੀ, ਹੋਰ ਕੁਝ ਨਹੀਂ ਹੈਗਾ ਤੁਹਾਡੇ ਕੋਲ। ਠੀਕ ਹੈ। ਉਸ ਤੋਂ ਬਾਅਦ ਕਹਿੰਦਾ ਜੀ ਚਿੱਤਰ ਦੀ ਸਹਾਇਤਾ ਨਾਲ ਕਿਸੇ ਯੰਤਰ ਦਾ ਵਰਣਨ ਕਰੋ ਜਿਸ ਨਾਲ ਚਾਰਜਿਤ ਵਸਤੂ ਦੀ ਪਛਾਣ ਹੋ ਸਕਦੀ ਹੈ। ਠੀਕ ਹੈ ਜੀ। ਸੋ ਬਿਜਲੀਦਰਸ਼ੀ ਹੈਗਾ ਜੀ ਯੰਤਰ, ਦੀ ਮਦਦ ਨਾਲ ਆਪਾਂ ਪਛਾਣ ਕਰ ਸਕਦੇ ਹਾਂ ਤੁਹਾਡੇ ਕੋਲ। ਠੀਕ ਹੈ ਜੀ। ਆਦੀ ਡਾਇਗਰਾਮ ਪਈ ਹੈਗੀ ਹੈ ਤੁਹਾਡੇ ਕੋਲ। ਠੀਕ ਹੈ। ਔਰ ਇਹ ਐਕਟੀਵਿਟੀ ਤੁਸੀਂ ਅਗਰ ਤੁਹਾਨੂੰ ਕਰਵਾਈ ਹੋਵੇ ਪਹਿਲਾਂ, ਤੁਸੀਂ ਸ਼ਿਓਰਲੀ ਕੀਤੀ ਹੋਏਗੀ। ਠੀਕ ਹੈ। ਭਾਰਤ ਦੇ ਉਹਨਾਂ ਰਾਜਾਂ ਦੀ ਸੂਚੀ ਬਣਾਓ ਜਿੱਥੇ ਭੂਚਾਲ ਦੇ ਝਟਕੇ ਲੱਗ ਸਕਦੇ ਆ। ਸੋ ਕਸ਼ਮੀਰ, ਰਾਜਸਥਾਨ, ਗੁਜਰਾਤ। ਠੀਕ ਹੈ। ਮੰਨ ਲਓ ਭੂਚਾਲ ਦੇ ਝਟਕੇ ਆਉਂਦੇ ਆ, ਤੁਸੀਂ ਬਚਾਅ ਲਈ ਕੀ ਕਰੋਗੇ? ਠੀਕ ਹੈ। ਰੁੱਖਾਂ ਉੱਪਰ ਲੰਘਦੀਆਂ ਬਿਜਲੀ ਲਾਈਨਾਂ ਤੋਂ ਦੂਰ ਖਲੋ ਜਾਗੇ। ਠੀਕ ਹੈ। ਤੇ ਜੇ ਆਪਾਂ ਕਿਸੇ ਉੱਚੀ ਬਿਲਡਿੰਗ 'ਚ ਹਿੱਲ ਰਹੀ ਹੈ ਤਾਂ ਬਿਲਡਿੰਗ ਤੋਂ ਬਾਹਰ ਆ ਜਾਓਗੇ। ਇਹ ਵੀ ਖਿਆਲ ਰੱਖੋਗੇ ਕਿ ਬਿਲਡਿੰਗ ਤੁਹਾਡੇ ਉੱਤੇ ਨਾ ਗਿਰ ਜਾਵੇ। ਸੋ ਈਜ਼ੀ ਚੀਜ਼ਾਂ ਨੇ, ਤੁਸੀਂ ਖੁਦ ਵੀ ਐਡ ਕਰ ਸਕਦੇ ਹੋ। ਕਹਿੰਦਾ ਮੌਸਮ ਵਿਭਾਗ ਭਵਿੱਖਬਾਣੀ ਕਰਦਾ ਹੈ ਕਿ ਕਿਸੇ ਨਿਸ਼ਚਿਤ ਦਿਨ ਗਰਜ ਵਾਲੇ ਝੱਖੜ ਦੀ ਸੰਭਾਵਨਾ ਹੈ। ਕਹਿੰਦਾ ਗਰਜ ਵਾਲੇ ਝੱਖੜ ਦੀ ਸੰਭਾਵਨਾ ਹੈ। ਠੀਕ ਹੈ। तो तुसी गरज मैंने बिजली चमकूगी, गरजूगी, तो फिर ਉਹਦੀ ਛਤਰੀ ਦਾ ਖਤਰਾ ਰਹਿੰਦਾ ਕਿਉਂਕਿ ਛਤਰੀ ਦੀਆਂ ਧਾਤ ਦੀਆਂ ਛੜਾਂ ਹੁੰਦੀਆਂ ਨੇ ਤੇ ਇਹ ਆਕਾਸ਼ੀ ਬਿਜਲੀ ਨੂੰ ਖਿੱਚ ਸਕਦੀਆਂ ਨੇ ਤੁਹਾਡੇ ਕੋਲ। ਠੀਕ ਹੈ ਜੀ। ਸੋ ਇਹ ਵਾਲੀ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਕੋਲ, ਸੋ ਜਿਹੜਾ ਹੈਗਾ ਇਹ ਅੰਬਰੇਲਾ ਨਾਲ ਸੇਫ ਨਹੀਂ ਹੁੰਦਾ ਹੈਗਾ। ਠੀਕ ਹੈ। ਕਿਉਂਕਿ ਵਾਇਰਸ ਲਾਈਕ ਹੁੰਦੀਆਂ। तो मेरा ख्याल है जी हो गया ਤੁਹਾਡੇ ਕੋਲ। ਸੋ ਜਿਹੜਾ ਹੈਗਾ, ਸੋ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੀ ਤੁਹਾਡੇ ਕੋਲ, ਤੇ ਜੇ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਕਰ ਲਿਓ, ਕੋਈ ਲਾਸ ਨਹੀਂ ਹੋਏਗਾ। ਥੈਂਕ ਯੂ।